ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਗ 147 ਸ਼ਲੋਕ ਮਹਿਲਾ ਪਹਿਲਾ। ਪਹਿਰਾਂ ਅਗਨ ਖਿਵੈ ਘਰ ਵਾਦਾਂ ਭੋਜਨ ਸਾਰ ਕਰਾਈ। ਜੇ ਮੈਂ ਅੱਗ ਵੀ ਪਹਿਨ ਲਵਾਂ ਜਾਂ ਬਰਫ਼ ਵਿੱਚ ਘਰ ਬਣਾ ਲਵਾਂ, ਭਾਵ ਜੇ ਮੇਰੇ ਮਨ ਵਿੱਚ ਇਤਨੀ ਤਾਕਤ ਆ ਜਾਏ ਕਿ ਅੱਗ ਵਿੱਚ ਤੇ ਬਰਫ਼ ਵਿੱਚ ਬੈਠ ਸਕਾਂ, ਲੋਹੇ ਨੂੰ ਭੋਜਨ ਬਣਾ ਲਵਾਂ, ਲੋਹਾ ਖਾ ਸਕਾਂ। ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ। ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿੱਚ ਤੋਰ ਸਕਾਂ। ਧਰਤ ਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜ੍ਹਾਈ। ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿੱਚ ਰੱਖ ਕੇ ਤੇ ਪਿੱਛੇ ਛਾਬੇ ਵਿੱਚ 4 ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ। ਇਹ ਬੜ ਬੱਦਾ ਮਾਮਾ ਨਾਹੀ, ਸਭ ਸੇ ਨੱਥ ਚਲਾਈ। ਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨਾ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ, ਭਾਵ ਆਪਣੇ ਹੁਕਮ ਵਿੱਚ ਚਲਾਵਾਂ। ਏਤਾ ਤਾਣ ਹੋਵੇ ਮਨ ਅੰਦਰ, ਕਰੀ ਭੇ ਆਖ ਕਰਾਈ। ਜੇ ਮੇਰੇ ਮਨ ਵਿੱਚ ਇਤਨਾ ਬਲ ਹੋ ਜਾਏ ਕਿ ਹੋਰ ਚਾਹੇ ਕਰਾਂ ਤੇ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ, ਤਾਂ ਵੀ ਇਹ ਸਭ ਕੁਝ ਤੁੱਛ ਹੈ। ਜੇ ਬੜ ਸਾਹਿਬ ਤੇ ਬੜ ਦਾਤੀ, ਜੇ ਬੜ ਸਾਹਿਬ ਤੇ ਬੜ ਦਾਤੀ, ਦੇ ਦੇ ਕਰੇ ਰਜਾਈ। ਕਸਮ ਪ੍ਰਭੂ ਜਿੱਡਾ ਵੱਡਾ ਆਪ ਹੈ, ਉਤਨੀਆਂ ਹੀ ਉਸ ਦੀਆਂ ਬਖਸ਼ਾਂ ਹਨ, ਦਾਤਾਂ ਹਨ। ਜੇ ਰੱਜਾ ਦਾ ਮਾਲਕ ਸਾਈਂ ਹੋਰ ਵੀ ਬੇਅੰਤ ਤਾਕਤਾਂ ਦੀਆਂ ਦਾਤਾਂ ਮੈਨੂੰ ਦੇ ਦੇਵੇ, ਤਾਂ ਵੀ ਇਹ ਤੁੱਛ ਹਨ। ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ। ਅਸਲ ਗੱਲ ਹੀ ਨਾਨਕ ਇਹ ਹੈ ਕਿ ਜਿਸ ਬੰਦੇ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪਣੇ ਸੱਚੇ ਨਾਮ ਦੇ ਰਾਹੀਂ ਵਡਿਆਈ ਬਖਸ਼ਦਾ ਹੈ, ਭਾਵ ਇਹਨਾਂ ਮਾਨਸਿਕ ਤਾਕਤਾਂ ਨਾਲ ਵੱਧ ਕੇ ਨਾਮ ਦੀ ਬਰਕਤ ਹੈ। ਮਹਿਲਾ ਦੂਜਾ। ਆਖਣ ਆਖ ਨ ਰਜਿਆ, ਸੁਣ ਨ ਰਜੈ ਕੰਨ। ਮੂੰਹ ਬੋਲ ਬੋਲ ਕੇ ਰਜਦਾ ਨਹੀਂ, ਭਾਵ ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ। ਕੰਨ ਗੱਲਾਂ ਸੁਣਨ ਨਾਲ ਨਹੀਂ ਰਜਦੇ। ਅੱਖੀ ਦੇਖ ਨ ਰਚੀਆਂ, ਗੁਣ ਗਾਹਕ ਇੱਕ ਵੰਨ। ਅੱਖਾਂ ਰੂਪ ਰੰਗ ਵੇਖ ਵੇਖ ਕੇ ਨਹੀਂ ਰਜਦੀਆਂ। ਇਹ ਸਾਰੇ ਇੰਦਰੀ ਇੱਕ ਇੱਕ ਕਿਸਮ ਦੇ ਗੁਣਾਂ ਰਸਾਂ ਦੇ ਗਾਹਕ ਹਨ। ਆਪੋ ਆਪਣੇ ਰਸਾਂ ਦੀ ਗਾਹਕੀ ਵਿੱਚ ਰਜਦੇ ਨਹੀਂ। ਰਸਾਂ ਦੇ ਅਧੀਨ ਹੋਏ ਇਹਨਾਂ ਇੰਦਰੀਆਂ ਦਾ ਚਸਕਾ ਹਟਦਾ ਨਹੀਂ। ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਭੁੱਖ ਦੇ ਅਧੀਨ ਹੋਇਆਂ ਦੀ ਸਮਝਾਇਆ ਵੀ ਭੁੱਖ ਮਿਟ ਨਹੀਂ ਸਕਦੀ। ਨਾਨਕ ਭੁੱਖਾ ਤਾਂ ਰਜੈ, ਜਾਂ ਗੁਣ ਕਹਿ ਗੁਣੀ ਸਮਾਏ। ਹੇ ਨਾਨਕ, ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿੱਚ ਲੀਨ ਹੋ ਜਾਏ। ਪੌੜੀ। ਬਿਨ ਸੱਚੇ ਸਭ ਕੂੜ, ਕੂੜ ਕਮਾਈਐ। ਜੇ ਪ੍ਰਭੂ ਦਾ ਨਾਮ ਵਿਸਾਰ ਦਈਏ ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਂਦਾ ਹੈ।
ਬਿਨ ਸੱਚੇ ਕੁੜਿਆਰ ਵਨ ਚਲਾਈਐ। ਇਸ ਕੂੜ ਵਿੱਚ ਮਨ ਇਤਨਾ ਗੱਡਿਆ ਜਾਂਦਾ ਹੈ ਕਿ ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ। ਬਿਨ ਸੱਚੇ ਤਨ ਛਾਰ ਰਲਾਈਐ। ਇਸ ਦਾ ਇਹ ਨਕਾਰਾ ਸਰੀਰ ਮਿੱਟੀ ਵਿੱਚ ਹੀ ਰੁਲ ਜਾਂਦਾ ਹੈ, ਭਾਵ ਐਵੇਂ ਅਜਾਈਂ ਚਲਾ ਜਾਂਦਾ ਹੈ। ਬਿਨ ਸੱਚੇ ਸਭ ਭੁੱਖ ਜੇ ਪਹਿਜੈ ਖਾਈਐ। ਜੋ ਕੁਝ ਖਾਂਦਾ ਪਹਿਨਦਾ ਹੈ ਉਸ ਸਗੋਂ ਹੋਰ ਤ੍ਰਿਸ਼ਨਾ ਵਧਾਉਂਦਾ ਹੈ। ਬਿਨ ਸੱਚੇ ਦਰਬਾਰ ਕੂੜ ਨਾ ਪਾਈਐ। ਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿੱਚ ਲੱਗਿਆ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ। ਕੂੜੇ ਲਾਲਚ ਲੱਗ ਮਹਿਲ ਖਵਾਈਐ। ਕੂੜੇ ਲਾਲਚ ਵਿੱਚ ਫਸ ਕੇ ਮਨੁੱਖ ਦਾ ਦਰ ਗਵਾ ਲੈਂਦਾ ਹੈ, ਪ੍ਰਭੂ ਦਾ ਦਰ ਗਵਾ ਲੈਂਦਾ ਹੈ। ਕੂੜੇ ਲਾਲਚ ਵਿੱਚ ਫਸ ਕੇ ਪ੍ਰਭੂ ਦਾ ਦਰ ਗਵਾ ਲੈਂਦਾ ਹੈ। ਸਭ ਜਗ ਠੱਗਿਓ ਠੱਗ ਆਈਐ ਜਾਈਐ। ਤੇ ਇਸ ਕਰਕੇ ਜਗਤ ਕੂੜ ਰੂਪ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ। ਤਨ ਮਾਹੇ ਤ੍ਰਿਸ਼ਨਾ ਅਗਨ ਸ਼ਬਦ ਬੁਝਾਈਐ। ਮਨੁੱਖਾ ਸਰੀਰ ਵਿੱਚ ਇਹ ਜੋ ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੇ ਰਾਹੀਂ ਬੁਝ ਸਕਦੀ ਹੈ। ਸ਼ਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁਖ। ਨਾਨਕ ਗੁਰ ਸੰਤੋਖ ਰੁਖ ਧਰਮ ਫਲ ਗਿਆਨ। ਹੇ ਨਾਨਕ, ਪੂਰਨ ਸੰਤੋਖ ਸਰੂਪ ਗੁਰੂ ਮਾਨੋ ਇੱਕ ਰੁੱਖ ਹੈ, ਜਿਸ ਨੂੰ ਧਰਮ ਰੂਪ ਫਲ ਲੱਗਦਾ ਹੈ ਤੇ ਗਿਆਨ ਰੂਪ ਧਰਮ ਰੂਪ ਫੁੱਲ ਲੱਗਦਾ ਹੈ ਤੇ ਗਿਆਨ ਰੂਪ ਫਲ ਲੱਗਦੇ ਹਨ। ਪ੍ਰੇਮ ਜਲ ਨਾਲ ਰਸਿਆ ਹੋਇਆ ਇਹ ਰੁੱਖ ਸਦਾ ਹਰਾ ਰਹਿੰਦਾ ਹੈ। ਰਸ ਰਸਿਆ ਸਦਾ। ਪ੍ਰੇਮ ਰਸ ਨਾਲ ਰਸਿਆ ਹੋਇਆ ਇਹ ਰੁੱਖ ਸਦਾ ਹਰਾ ਰਹਿੰਦਾ ਹੈ। ਪੱਕੇ ਕਰਮ ਧਿਆਨ। ਪਰਮਾਤਮਾ ਦੀ ਬਖਸ਼ ਨਾਲ ਪ੍ਰਭੂ ਚਰਨਾਂ ਵਿੱਚ ਧਿਆਨ ਜੋੜਿਆ ਇਹ ਗਿਆਨ ਰੂਪ ਫਲ ਪੱਕਦਾ ਹੈ, ਭਾਵ ਜੋ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਚਰਨਾਂ ਵਿੱਚ ਸੁਰਤ ਜੋੜਦਾ ਹੈ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ। ਪੱਤ ਕੇ ਸਾਧ ਖਾਂਦਾ ਲਹੈ ਦਾਨਾ ਕੇ ਸਰਦਾਨ। ਇਹ ਗਿਆਨ ਫਲ ਨੂੰ ਖਾਣ ਵਾਲਾ ਮਨੁੱਖ ਪ੍ਰਭੂ ਪ੍ਰੇਮ ਦੇ ਆਨੰਦ ਮਾਣਦਾ ਹੈ। ਪੱਤ ਕੇ ਸਾਧ ਖਾਂਦਾ ਲਹੈ ਦਾਨਾ ਕੇ ਸਰਦਾਨ। ਮਨੁੱਖ ਲਈ ਪ੍ਰਭੂ ਦਰ ਤੋਂ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ। ਮਹੱਲਾ ਪਹਿਲਾ। ਸੋਨੇ ਕਾ ਬਿਰਖ ਪੱਤ ਪਰਵਾਲਾ। ਫੁੱਲ ਜਵੇਹਰ ਲਾਲ। ਗੁਰੂ ਮਾਨੋ ਸੋਨੇ ਦਾ ਰੁੱਖ ਹੈ। ਸ੍ਰੇਸ਼ਟ ਵਚਨ ਉਸ ਦੇ ਪੱਤਰ ਹਨ। ਲਾਲ ਜਵਾਹਰ ਗੁਰਵਾਕ ਉਸ ਦੇ ਫੁੱਲ ਹਨ। ਤਿਤ ਫਲ ਰਤਨ ਲੱਗੇ ਮੁਖ ਭਾਖਤ। ਹਿਰਦੈ ਨਿਹਾਲ। ਉਸ ਗੁਰੂ ਰੁੱਖ ਨੂੰ ਮੂੰਹੋਂ ਉਚਾਰੇ ਹੋਏ ਸ੍ਰੇਸ਼ਟ ਬਚਨ ਰੂਪ ਫਲ ਲੱਗਦੇ ਹਨ। ਤਿਤ ਫਲ ਰਤਨ ਲੱਗੇ ਮੁਖ ਭਾਖਤ। ਹਿਰਦੈ ਨਿਹਾਲ। ਗੁਰੂ ਆਪਣੇ ਹਿਰਦੇ ਵਿੱਚ ਸਦਾ ਖੜਿਆ ਰਹਿੰਦਾ ਹੈ। ਨਾਨਕ ਕਰਮ ਹੋਏ ਮੁਖ ਮਸਤਕ ਲਿਖਿਆ ਹੋਵੇ ਲੇਖ। ਹੇ ਨਾਨਕ, ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ। 68 ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਸੇਖ। ਉਹ ਗੁਰੂ ਦੀ ਚਰਨੀ ਲੱਗ ਕੇ ਗੁਰੂ ਦੇ ਚਰਨਾਂ ਨੂੰ 68 ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ ਗੁਰੂ ਚਰਨਾਂ ਨੂੰ ਪੂਜਦਾ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਨਿਰਦਇਤਾ ਮੋਹ ਲੋਭ ਤੇ ਕ੍ਰੋਧ ਇਹ ਚਾਰੇ ਅੱਗ ਦੀਆਂ ਨਦੀਆਂ ਜਗਤ ਵਿੱਚ ਚੱਲ ਰਹੀਆਂ ਹਨ। ਪੀਵੈ ਦੱਜੈ ਨਾਨਕਾ ਤਰੀਐ ਕਰਮੀ ਲੱਗ। ਜੋ ਮਨੁੱਖ ਇਹਨਾਂ ਨਦੀਆਂ ਵਿੱਚ ਪਵਹਿ ਦੱਜੈ ਨਾਨਕਾ। ਜੋ ਮਨੁੱਖ ਇਹਨਾਂ ਨਦੀਆਂ ਵਿੱਚ ਵੜਦੇ ਹਨ ਸੜ ਜਾਂਦੇ ਹਨ। ਤਰੀਐ ਕਰਮੀ ਲੱਗ। ਹੇ ਨਾਨਕ,
ਪ੍ਰਭੂ ਦੀ ਮਿਹਰ ਨਾਲ ਗੁਰੂ ਦੇ ਚਰਨੀ ਲੱਗ ਕੇ ਇਹਨਾਂ ਨਦੀਆਂ ਤੋਂ ਪਾਰ ਲੰਘੀਦਾ ਹੈ। ਪੌੜੀ ਜੀਵਦਿਆਂ ਮਰ ਮਾਰ ਨਾ ਪੁਛਤਾਈਐ। ਹੇ ਬੰਦੇ, ਇਸ ਤ੍ਰਿਸ਼ਨਾ ਨੂੰ ਮਾਰ ਕੇ ਜਿਉਂਦਿਆਂ ਹੀ ਮਰ, ਤਾਂ ਕਿ ਅੰਤ ਨੂੰ ਪਛਤਾਉਣਾ ਨਾ ਪਏ। ਝੂਠਾ ਇਹ ਸੰਸਾਰ ਕਿਨ ਸਮਝਾਈਐ। ਕਿਸੇ ਵੇਲੇ ਨੂੰ ਸਮਝਾਈਐ ਕਿ ਸੰਸਾਰ ਝੂਠਾ ਹੈ। ਸੱਚ ਨਾ ਧਰੈ ਪਿਆਰ ਧੰਦੇ ਧਾਈਐ। ਆਮ ਤੌਰ 'ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ ਜਗਤ ਦੇ ਧੰਦੇ ਵਿੱਚ ਭਟਕਦਾ ਫਿਰਦਾ ਹੈ ਅਤੇ ਸੱਚ ਵਿੱਚ ਪਿਆਰ ਨਹੀਂ ਪਾਉਂਦਾ। ਕਾਲ ਬੁਰਾ ਆਖੈ ਕਾਲ ਸਿਰ ਦੁਨਾਈਐ। ਇਹ ਗੱਲ ਚੇਤੇ ਨਹੀਂ ਰੱਖਦਾ ਕਿ ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ 'ਤੇ ਹਰ ਵੇਲੇ ਖੜਾ ਹੈ। ਹੁਕਮੀ ਸਿਰਜਣਹਾਰ ਮਾਰੇ ਦਾਈਐ। ਇਹ ਜਮ ਪ੍ਰਭੂ ਦੇ ਹੁਕਮ ਵਿੱਚ ਹਰੇਕ ਦੇ ਸਿਰ 'ਤੇ ਮੌਜੂਦ ਹੈ ਅਤੇ ਦਾਅ ਲਾ ਕੇ ਮਾਰਦਾ ਹੈ। ਆਪੇ ਦੇ ਪਿਆਰ ਮਨ ਵਸਾਈਐ। ਜੀਵ ਦੇ ਕੀ ਵਸ, ਪ੍ਰਭੂ ਆਪ ਹੀ ਆਪਣਾ ਪਿਆਰ ਬਖਸ਼ਦਾ ਹੈ ਅਤੇ ਜੀਵ ਦੇ ਮਨ ਵਿੱਚ ਆਪਣਾ ਆਪ ਵਸਾਉਂਦਾ ਹੈ। ਮੂਹਤ ਨ ਚਸਾ ਵਿਲੰਬ ਭਰੀਐ ਪਾਈਐ। ਜਦੋਂ ਸਵਾਸ ਪੂਰੇ ਹੋ ਜਾਂਦੇ ਹਨ, ਪਲਕ ਮਾਤਰ ਇੱਥੇ ਢਿੱਲ ਨਹੀਂ ਲਾਈ ਜਾ ਸਕਦੀ। ਗੁਰ ਪ੍ਰਸਾਦੀ ਬੁਝ ਸੱਚ ਸਮਾਈਐ। ਇਹ ਗੱਲ ਸਤਿਗੁਰੂ ਦੀ ਮਿਹਰ ਨਾਲ ਕੋਈ ਵਿਰਲਾ ਬੰਦਾ ਸਮਝ ਕੇ ਸੱਚ ਵਿੱਚ ਜੁੜਦਾ ਹੈ। ਸ਼ਲੋਕ ਮਹੱਲਾ ਪਹਿਲਾ। ਤੁਮੀ ਤੁਮਾ ਵਿਸ਼ ਅਕਤ ਧੂਰਾ ਨਿਮ ਫਲ। ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨ ਆਵਈ। ਤੁਮੀ ਤੁਮਾ ਜ਼ਹਿਰ ਅਕਤ ਧੂਰਾ ਤੇ ਨਿਮ ਰੂਪ ਫਲ ਆਦਿ ਕੜਤਣ ਵਾਲੇ ਪਦਾਰਥ ਹੀ ਪ੍ਰਭੂ ਉਸ ਦੇ ਮਨ ਵਿੱਚ ਤੇ ਮੂੰਹ ਵਿੱਚ ਵਸ ਰਹੇ ਹਨ ਜਿਸ ਮਨੁੱਖ ਦੇ ਚਿੱਤ ਵਿੱਚ ਤੂੰ ਨਹੀਂ ਵਸਦਾ। ਭਾਵ ਉਸ ਦੇ ਮਨ ਵਿੱਚ ਵੀ ਕੜਤਣ ਹੈ ਤੇ ਮੂੰਹੋਂ ਵੀ ਕੌੜੇ ਵਚਨ ਬੋਲਦਾ ਹੈ। ਨਾਨਕ ਕਹੀਐ ਕਿਸ ਹੰਡਨ ਕਰਮਾ ਬਾਹਰੇ। ਹੇ ਨਾਨਕ, ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ। ਪ੍ਰਭੂ ਤੋਂ ਬਿਨਾਂ ਹੋਰ ਕਿਸ ਦੇ ਅੱਗੇ ਇਹਨਾਂ ਦੀ ਵਿਥਿਆ ਦੱਸੀਏ। ਭਾਵ ਪ੍ਰਭੂ ਆਪ ਹੀ ਇਹਨਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ। ਮਹੱਲਾ ਪਹਿਲਾ। ਮਤ ਪੰਖੇਰੂ ਕਿਰਤ ਸਾਥ। ਕਬ ਉੱਤਮ ਕਬ ਨੀਚ। ਮਨੁੱਖ ਦੀ ਮੱਤ ਮਾਨੋ ਇੱਕ ਪੰਛੀ ਹੈ। ਉਸਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਅ ਉਸ ਦੇ ਨਾਲ ਸਾਥੀ ਹੈ। ਇਹ ਸੁਭਾਅ ਦੇ ਸੰਗ ਕਰਕੇ ਮੱਤ ਕਦੇ ਚੰਗੀ ਹੈ, ਕਦੇ ਨੀਵੀਂ ਹੈ। ਕਬ ਚੰਦਨ ਕਬ ਅੱਕ ਡਾਲ। ਕਬ ਉੱਚੀ ਪ੍ਰੀਤ। ਕਦੇ ਇਹ ਮਤਰੂ ਪੰਛੀ ਚੰਦਨ ਦੇ ਬੂਟੇ 'ਤੇ ਬੈਠਦਾ ਹੈ, ਕਦੇ ਅੱਕ ਦੀ ਡਾਲੀ ਉੱਤੇ। ਕਦੇ ਇਸ ਦੇ ਅੰਦਰ ਉੱਚੀ ਪ੍ਰਭੂ ਚਰਨਾਂ ਦੀ ਪ੍ਰੀਤ ਹੈ। ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ। ਪਰ ਕਿਸੇ ਦੇ ਵੱਸ ਦੀ ਗੱਲ ਨਹੀਂ। ਮਾਲਕ ਦੀ ਧਰੋਂ ਰੀਤ ਤੁਰੀ ਆਉਂਦੀ ਹੈ ਕਿ ਉਹ ਸਭ ਜੀਵਾਂ ਨੂੰ ਆਪਣੇ ਹੁਕਮ ਵਿੱਚ ਤੋਰ ਰਿਹਾ ਹੈ। ਭਾਵ ਉਸ ਦੇ ਹੁਕਮ ਅਨੁਸਾਰ ਹੀ ਕੋਈ ਚੰਗੀ ਤੇ ਕੋਈ ਮੰਦੀ ਮੱਤ ਵਾਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।